ਇਹ ਤੁਸੀਂ ਸਿੱਖੀ ਵੈਲਿਊਜ਼ ਦੇ ਨਾਲ ਫਿਰ ਠੀਕ ਹੈ, ਕਲਾਕਾਰ ਰਹੋ, ਤੁਸੀਂ ਸਿੱਖੀ ਦੇ ਪਿੰਡ 'ਚ ਆ ਕੇ ਆਪਣਾ ਜਿਹੜਾ ਆਪਣੇ ਆਪ ਨੂੰ ਸਿੱਖ ਹੋਣ ਦਾ ਜਾਂ ਦੂਜਾ ਮਖੌਟੇ ਨਾ ਪਹਿਨੋ। ਦਲਜੀਤ ਦੋਸਾਂਝ ਦਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਕਨਸਰਟ ਸੀ ਸਿਡਨੀ ਆਸਟ੍ਰੇਲੀਆ ਦੇ ਵਿੱਚ 25,000 ਲੋਕਾਂ ਵਾਲਾ ਸਟੇਡੀਅਮ, ਲੇਕਿਨ ਉੱਥੇ ਕਿਰਪਾਨ ਲਿਜਾਣ ਤੇ ਪਾਬੰਦੀ। ਜਿਹੜੇ ਕਿਰਪਾਨਧਾਰੀ ਸਿੱਖ ਸੀ ਉਹਨਾਂ ਨੇ ਕਿਹਾ ਅਸੀਂ ਕਈ ਘੰਟੇ ਲਾਈਨ 'ਚ ਲੱਗੇ ਰਹੇ, ਜਦੋਂ ਅਸੀਂ ਗੇਟ ਤੱਕ ਪਹੁੰਚੇ ਸਾਨੂੰ ਕਹਿ ਦਿੱਤਾ ਗਿਆ ਕਿ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਜਾਏਗਾ। ਇਸ ਗੱਲ ਨੂੰ ਜੇ ਕੋਈ ਥਰਡ ਥਾਂ ਦੇ ਉੱਤੇ ਕੋਈ ਕਰੇ ਤਾਂ ਸਮਝ ਆ ਸਕਦਾ ਹੈ। ਹੁਣ ਇੱਕ ਪਾਸੇ ਤੁਸੀਂ ਬੜੇ ਹਾਫਿਜ਼ ਬਣੇ ਹੋਏ ਹੋ, ਬੜੇ ਸਿੱਖੀ ਰੂਪ ਦੇ, ਦੂਜੇ ਪਾਸੇ ਤੁਹਾਡੀ ਇਹ ਲਾਈਨ ਹੈ। ਅਮਿਤਾਭ ਬੱਚਨ ਬਾਰੇ ਕੌਣ ਨਹੀਂ ਜਾਣਦਾ ਕਿ ਨਵੰਬਰ 84 ਦੀ ਇੰਦਰਾ ਗਾਂਧੀ ਦਾ ਬਣਿਆ ਹੋਇਆ ਪੁੱਤਰ, ਔਰ ਜਿਸ ਅੰਦਾਜ਼ ਦੇ ਵਿੱਚ ਜਦੋਂ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਸਿੰਘਾਂ ਨੇ ਕੀਤਾ, ਉਹਦੀ ਡੈੱਡ ਬਾਡੀ ਨੂੰ ਰੱਖ ਕੇ ਤੇ ਪੂਰੀ ਭੀੜਾਂ ਜਿਹੜੀਆਂ ਨੇ ਭੜਕਾਊ ਟੀਵੀ ਦੇ ਉੱਤੇ ਚੱਲ ਰਿਹਾ, ਤੇ ਇਹ ਅਮਿਤਾਭ ਬੱਚਨ ਖੂਨ ਕਾ ਬਦਲਾ ਖੂਨ ਨਾਰੇ ਲਾਉਣ ਵਾਲਾ ਔਰ ਉਸ ਗੈਦਰਿੰਗ ਦੇ ਵਿੱਚ ਖੜਾ, ਜਿਹੜਾ ਇਨਕਰੇਜ ਕਦੇ ਇਹਨੇ ਕੰਡੈਮ ਨਹੀਂ ਕੀਤਾ ਨਵੰਬਰ 84 ਦੀ ਨਸਲਕੁਸ਼ੀ ਨੂੰ। ਹੁਣ ਦਲਜੀਤ ਦੋਸਾਂਝ ਦਾ ਇੱਕ ਪ੍ਰੋਮੋ ਜਿਹੜਾ ਕਿ ਅਮਿਤਾਭ ਬੱਚਨ ਕੌਣ ਬਣੇਗਾ ਕਰੋੜਪਤੀ ਦੇ ਪ੍ਰੋਗਰਾਮ 'ਚ ਜਾਣਾ, ਉਹ ਪ੍ਰੋਮੋ ਦੇ ਵਿੱਚ ਉਹ ਪੂਰਾ ਝੁੱਕ ਕੇ ਅਮਿਤਾਭ ਬੱਚਨ ਦੇ ਪੈਰਾਂ 'ਚ ਮੱਥਾ ਟੇਕ ਰਿਹਾ। ਤੁਹਾਨੂੰ ਇੰਨਾ ਕੁ ਤਾਂ ਫਰਕ ਪਤਾ ਹੋਣਾ ਚਾਹੀਦਾ ਵੀ ਤੁਸੀਂ ਗਾ ਰਹੇ ਹੋ, ਜਾ ਵੀ ਕਿਹੜੀਆਂ ਕਰਾਊਡ 'ਚ ਰਹੇ ਹੋ, ਫਿਰ ਹਿੰਦ ਕੀ ਚਾਦਰ ਬਣਾ ਰਹੇ ਹੋ, ਉਹੀ ਹਿੰਦੂਤਵਾ ਨੂੰ ਸੂਟ ਕਰਦਾ। ਔਰ ਦਲਜੀਤ ਦੋਸਾਂਝ ਜਿਹੜਾ ਰਾਗੀਆਂ ਦੇ ਕੁਲ ਚੋਂ ਕਿਹੜਾ ਉਹ ਸੋਢੀ ਕੇ ਕੌਣ ਹੈ, ਇਹਦਾ ਮਾਮਾ ਹੈ, ਖੁਦ ਕੀਰਤਨ ਕਰਦਾ ਰਿਹਾ ਕਈ ਵਾਰੀ ਬਚਪਨ ਦੀਆਂ ਫੋਟੋਆਂ ਆਪਣੇ ਸ਼ੋ, ਵੀ ਤੁਹਾਨੂੰ ਨਹੀਂ ਨਜ਼ਰ ਆਉਂਦਾ ਵੀ ਨਵੰਬਰ ਦਾ ਮਹੀਨਾ ਜਾਂ ਉਸ ਅਮਿਤਾਭ ਬੱਚਨ, ਉਹਦੇ ਬਾਰੇ ਇਹ ਤਾਂ ਨਹੀਂ ਹੈ ਵੀ ਜਿਹੜਾ ਬੰਦਾ ਸੈਂਸਿਟਿਵ ਹੈ ਹਰ ਚੀਜ਼ ਤੋਂ, ਹਰ ਜਿਹੜਾ ਟਵੀਟ ਹੈ ਉਹਦੇ ਕਾਊਂਟਰ ਟਵੀਟ ਕਰਦਾ ਵੀ ਇਹਦਾ ਰੋਲ ਕੀ ਹੈ। ਤੁਸੀਂ ਜਿਹੜਾ ਇੱਕ ਕਿਲਰ ਹੈ, ਇੱਕ ਜਿਹੜਾ ਆਲਰੇਡੀ ਜਿਸ ਦਾ ਜਿਹੜਾ ਉਹ ਟਰੈਕ ਰੈਕਡ ਸਾਹਮਣੇ ਹੈ ਔਰ ਕਦੇ ਕੋਈ ਰਿਗਰੈਟ ਨਹੀਂ ਹੈ ਉਸ ਸਾਰੇ ਦਾ, ਤੁਸੀਂ ਉਹਨਾਂ ਨੂੰ ਜਿਹੜਾ ਜਾ ਕੇ ਵਡਿਆ ਰਹੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਸਵਾਗਤ ਹੈ। ਸੋ ਵੀਅਰਸ, ਜਿਸ ਤਰ੍ਹਾਂ ਕਿ ਜੂਨ ਤੇ ਨਵੰਬਰ ਦੇ ਮਹੀਨੇ ਸਿੱਖ ਕੌਮ ਲਈ ਜੂਨ 84 ਘੱਲੂਘਾਰਾ ਅਤੇ ਨਵੰਬਰ 84 ਦੀ ਜਿਹੜੀ ਹੈ ਨਸਲਕੁਸ਼ੀ ਦੀ ਦੁਖਦ ਯਾਦਾਂ ਨਹੀਂ ਕਰਵਾਉਂਦੇ ਨੇ, ਪਰ ਅਫਸੋਸ ਇਹਨਾਂ ਮਹੀਨਿਆਂ ਵਿੱਚ ਹੀ ਸਿੱਖ ਕਲਾਕਾਰਾਂ ਵੱਲੋਂ ਦੁਨੀਆ ਭਰ ਦੇ ਵਿੱਚ ਮਨੋਰੰਜਨ ਸ਼ੋਅ ਦਾ ਆਯੋਜਨ ਜਿਹੜਾ ਉਹ ਕੀਤਾ ਜਾਂਦਾ ਹੈ। ਸੋ ਇਹਨਾਂ ਦਿਨਾਂ ਵਿੱਚ ਸਿੱਖ ਦਿਸਦੇ ਕਲਾਕਾਰ ਦਲਜੀਤ ਦੋਸਾਂਝ ਅਤੇ ਸਰਤਾਜ ਵੱਖ-ਵੱਖ ਕਾਰਨਾਂ ਕਰਕੇ ਵਿਵਾਦਾਂ ਦੇ ਘੇਰੇ ਵਿੱਚ ਨੇ। ਸੋ ਵੀਅਰਸ, ਜਿਸ ਤਰ੍ਹਾਂ ਕਿ ਅਸੀਂ ਕਲਾ ਦੇ ਖਿਲਾਫ ਨਹੀਂ ਆ, ਪਰ ਇਹਨਾਂ ਕਲਾਕਾਰਾਂ ਨੂੰ ਸਿੱਖ ਜਜ਼ਬਾਤਾਂ ਅਤੇ ਸਿੱਖ ਇਤਿਹਾਸ ਨੂੰ ਸਮਝਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਖੁਦ ਵੀ ਇਹ ਪਹੁੰਚ ਰੱਖਦੇ ਹਾਂ ਔਰ ਦੂਸਰਿਆਂ ਨੂੰ ਵੀ ਹਮੇਸ਼ਾ ਐਡਵਾਈਸ ਕਰਦੇ ਹਾਂ ਕਿ ਸਾਡਾ ਫੋਕਸ ਇੱਕ ਨੁਕਤਾ ਹੀ ਰਹਿਣਾ ਚਾਹੀਦਾ ਹੈ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਇਹੀ ਕਾਰਨ ਹੈ ਕਿ ਬਹੁਤ ਵਾਰ ਅਸੀਂ ਉਹਨਾਂ ਘਟਨਾਵਾਂ ਨੂੰ ਜਾਂ ਉਹਨਾਂ ਵਾਕਿਆਤ ਨੂੰ ਅਣਗੌਲਿਆਂ ਵੀ ਕਰ ਦਿੰਦੇ ਹਾਂ ਜਾਂ ਇਗਨੋਰ ਕਰ ਦਿੰਦੇ ਹਾਂ ਡਿਸਕਸ਼ਨ 'ਚ ਲਿਆਉਣ ਤੋਂ, ਜਿਹੜੇ ਤੁਹਾਡੇ ਅੰਦਰੂਨੀ ਦਾਇਰਾਕਾਰ ਦੇ ਵਿੱਚ ਉਹ ਭਾਵੇਂ ਕੋਈ ਮਰਿਆਦਾ ਦੇ ਇਸ਼ੂ ਨਾਲ ਸੰਬੰਧਿਤ ਹੋਣ, ਕੋਈ ਜਥੇਬੰਦਕ ਢਾਂਚਿਆਂ ਦੀ ਆਪਸੀ ਨਫ਼ਰਤ ਹੋਏ, ਜਾਂ ਕੋਈ ਹੋਰ ਜਿਹੜੀ ਡੇ ਟੂ ਡੇ ਪੋਲੀਟਿਕਸ ਡਰਟੀ ਕਿ ਭਾਈ ਕਿੱਥੇ ਕਿਹੜੀ ਚੋਣ ਆ ਗਈ, ਉਪ ਚੋਣ ਆ ਗਈ, ਕੀ ਹੋਇਆ, ਇਹਨਾਂ ਨੂੰ ਮੈਂ ਅਵੋਇਡ ਕਰਦਾ ਕਿ ਭਾਈ ਔਰ ਅਸੀਂ ਹਮੇਸ਼ਾ ਐਡਵਾਈਸ ਵੀ ਕਰਦੇ ਹਾਂ ਕਿ ਭਾਈ ਇਸ ਵੇਲੇ ਸਮੁੱਚੀ ਸਿੱਖ ਕੌਮ ਦੇ ਸਾਹਮਣੇ ਇੱਕੋ ਹੀ ਨੁਕਤੇ ਦੇ ਉੱਤੇ ਗੱਲ, ਇੱਕ ਨੁਕਤੇ ਤੇ ਮੁੱਕਦੀ ਹੈ ਤੇ ਉਹ ਇੱਕੋ ਹੀ ਨੁਕਤਾ ਹੈ ਕਿ ਗੁਲਾਮੀ ਦੇ ਸੰਗਲ ਕੱਟਣੇ। ਪਰ ਕਈ ਵਾਰ ਕੁਛ ਜਿਹੜੀਆਂ ਘਟਨਾਵਾਂ ਨੇ ਇੰਨੀਆਂ ਕੰਪੈਲਿੰਗ ਹੋ ਜਾਂਦੀਆਂ ਜਿਨ੍ਹਾਂ ਦੇ ਥੱਲੇ ਸਾਨੂੰ ਨੋਟਿਸ ਲੈਣਾ ਪੈਂਦਾ। ਉਹਨਾਂ 'ਚ ਇੱਕ ਪਾਰਟ ਸਰਟਨਲੀ ਜਿਸ ਲੈਵਲ ਦੇ ਉੱਤੇ ਪੰਜਾਬ ਦੇ ਕਲਾਕਾਰਾਂ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੰਦਲਾ ਸੱਭਿਆਚਾਰ ਐਜ਼ ਏ ਵੈਪਨ ਹੀ ਇੰਡੀਅਨ ਏਜੰਸੀਆਂ ਨੇ ਇਸਤੇਮਾਲ ਕੀਤਾ ਸੀ 1990 ਦੇ ਵਿੱਚ, ਜਦੋਂ ਪੁਲਿਸ ਪ੍ਰੋਟੈਕਸ਼ਨ ਥੱਲੇ IG SSP ਲੈਵਲ ਔਰ ਦੂਜਿਆਂ ਦੇ ਥੱਲੇ ਜਿਹੜੇ ਹੈ ਉਹ ਸੱਭਿਆਚਾਰਕ ਸ਼ੋਅ ਦੇ ਨਾਂ ਥੱਲੇ ਸ਼ੋਅ ਕਰਵਾਏ ਜਾਂਦੇ ਸੀ। ਉਹਨਾਂ ਦਾ ਵੀ ਸਾਨੂੰ ਪਤਾ ਹੈ, ਕਲਾਕਾਰਾਂ ਦਾ ਜਿਹੜੇ ਪੁਲਿਸ ਦੀ ਪੇਡ ਜਿਹੜਾ ਉਹ ਪੇ ਲਿਸਟ ਦੇ ਉੱਤੇ ਸੀ, ਜਿਨ੍ਹਾਂ ਰਾਹੀਂ ਉਹ ਸਾਰਾ
ਲਚਰਪੁਣਾ ਪਰੋਸਿਆ ਜਾਂਦਾ ਸੀ, ਉਹ ਦੌਰ ਨਿਕਲਿਆ ਔਰ ਹੌਲੀ 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 ਪੰਜਾਬੀ ਇੰਡਸਟਰੀ ਆਪਣੇ ਆਪ ਦੇ ਵਿੱਚ ਜਿਹੜੀ ਹੈ ਫਿਰ ਉਹ ਬੰਦੂਕ ਤੇ ਡਰੱਗ ਤੇ ਇੱਧਰ ਉੱਧਰ ਉਹ ਗੀਤ ਗਾਣਿਆਂ ਦਾ ਦੌਰ ਸ਼ੁਰੂ ਹੋਇਆ। ਉਹਦੇ 'ਚ ਪੈਸਾ ਵੀ ਜਨਰੇਟ ਹੋਣਾ ਸ਼ੁਰੂ ਹੋਇਆ, ਪੰਜਾਬੀ ਮਿਊਜ਼ਿਕ ਦੂਜੇ ਤੀਜੇ, ਔਰ ਉਹਨਾਂ ਦੇ ਨਾਲ ਫਿਰ ਜਿਉਂ-ਜਿਉਂ ਰੁਤਬੇ ਵਾਲੇ ਲੋਕ ਪੈਸਾ ਬਣਾਉਣ ਵਾਲੇ ਆਏ, ਏਜੰਸੀਆਂ ਨੇ ਜਾਂ ਕੁਛ ਗਰੀਡ ਨੇ ਜਿਹੜੇ ਫਰੋਤੀਆਂ ਵਾਲੇ ਵੀ ਨਾਲ ਲਾ ਦਿੱਤੇ। ਉਹਦਾ ਪ੍ਰਭਾਵ ਵੀ ਅਸੀਂ ਦੇਖ ਰਹੇ ਹਾਂ ਕਿ ਭਾਈ ਪੰਜਾਬੀ ਫਿਲਮੀ ਗਾਣੇ ਜਾਂ ਦੂਜੇ ਫਿਲਮੀ ਤਾਂ ਬਾਅਦ ਦੀ ਗੱਲ ਹੈ, ਈਵਨ ਆਪਣੇ ਆਪ 'ਚ ਜਿਹੜੀਆਂ ਐਲਬਮਸ ਨੇ ਮਿਊਜ਼ਿਕ ਦੀਆਂ ਔਰ ਦੂਸਰੀਆਂ, ਉਹਨਾਂ ਦੇ ਲੱਖਾਂ ਵਿਊਅਰ ਬਣ ਜਾਂਦੇ ਨੇ ਔਰ ਲੱਖਾਂ ਡਾਲਰ ਦੀ ਕਮਾਈ ਹੈ। ਤੇ ਫਰੋਤੀਆਂ ਵਾਲੇ ਵੀ ਉਹਨਾਂ ਦੇ ਮਗਰ, ਭਾਵੇਂ ਕੋਈ ਜਾ ਕੇ ਕੈਨੇਡਾ ਵਸਦਾ ਜਾਂ ਕਿਤੇ ਵਸਦਾ, ਉਹਨਾਂ ਤੋਂ ਵੀ। ਔਰ ਜਿਹੜਾ ਲੇਟੈਸਟ ਵੀ ਅਸੀਂ ਦੇਖ ਰਹੇ ਹਾਂ ਅੱਜ ਵੀ, ਜਦੋਂ ਇੱਕ ਖਬਰ ਹੈ ਫਾਇਰਿੰਗ ਐਟ ਪੰਜਾਬੀ ਸਿੰਗਰ ਚੰਨੀ ਨਤਨਜ਼ ਹਾਊਸ ਇਨ ਕੈਨੇਡਾ, ਬਿਸ਼ਨੋਈ ਗੈਂਗ ਕਲੇਮਸ ਰਿਸਪੌਂਸਿਬਿਲਿਟੀ। ਸੋ ਇੱਕ ਪਾਰਟ ਇਹ ਚੱਲ ਰਿਹਾ। ਫਿਰ ਜੇ ਉਹਨਾਂ 'ਚੋਂ ਕਿਸੇ ਨੇ ਆਪਣਾ ਟਰੈਕ ਬਦਲਿਆ ਔਰ ਕੌਮੀ ਜਜ਼ਬੇ ਵੱਲ ਆਏ, ਜਿਨ੍ਹਾਂ ਦੇ ਵਿੱਚ ਸਿੱਧੂ ਮੂਸੇਵਾਲਾ ਸਭ ਤੋਂ ਵੱਡਾ ਨਾਂ ਹੈ, ਤੇ ਉਸ ਦਾ ਏਜੰਸੀਆਂ ਨੇ ਵੈਸੇ ਮਰਡਰ ਕਰਾ ਦਿੱਤਾ। ਉਹਨਾਂ ਨੂੰ ਲੱਗਾ ਕਿਉਂਕਿ ਉਹਨਾਂ ਦੀ ਜਿਹੜੀ ਹੈ ਫੈਨ ਫੋਲੋਇੰਗ ਤਾਂ ਮਿਲੀਅਨਸ ਦੇ ਵਿੱਚ ਸੀ, ਔਰ ਵੈਸੇ ਵੀ ਜਿਹੜਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੁਨੀਆ ਦੇ ਵਿੱਚ ਇੱਕ ਰੈਕਗਨਾਈਜ਼ੇਬਲ, ਔਰ ਇਹਨਾਂ ਕਲਾਕਾਰਾਂ ਦਾ ਖਾਸ ਤੌਰ ਤੇ ਜਿਹੜਾ ਪੋਜ਼ਿਟਿਵ ਰੋਲ ਸੀ, ਜਿਹਨੂੰ ਅਸੀਂ ਸਰਾਹਿਆ ਵੀ, ਕਿਸਾਨ ਮੂਵਮੈਂਟ ਦੇ ਵੇੜੇ ਸੀ। ਔਰ ਉਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਪੁੱਤਰ ਧੀਆਂ ਹੋਣ ਦਾ ਜਿਹੜਾ ਹੈ ਉਹ ਐਟਲੀਸਟ ਸਬੂਤ ਦਿੱਤਾ। ਉਹਨਾਂ 'ਚ ਇਕੱਠਾਂ 'ਚ ਗਏ, ਉਹਨਾਂ ਦੇ ਲਈ ਜਿਹੜਾ ਕਿਸਾਨੀ ਮੰਗਾਂ ਦੇ ਹਿੱਤ ਔਰ ਹੱਕ ਦੇ ਵਿੱਚ ਆਵਾਜ਼ ਚੁੱਕੀ। ਔਰ ਅਸੀਂ ਵੀ ਉਸ ਨੂੰ ਵੀ ਉਸ ਪੀਰੀਅਡ ਜਿਹੜਾ ਹਮੇਸ਼ਾ ਮੇਰੀ ਇੱਕ ਆਬਜੈਕਟਿਵ ਹੈ ਪਹੁੰਚ ਹੁੰਦੀ ਹੈ, ਐਨ ਬਲੌਕ, ਮੈਂ ਕਿਸੇ ਚੀਜ਼ ਨੂੰ ਨੈਗੇਟ ਕਰਨ ਦੇ ਹੱਕ 'ਚ ਨਹੀਂ ਹੁੰਦਾ। ਪਰ ਦੇਖੋ ਦੂਸਰਾ ਪੱਖ ਇਹ ਹੈ ਵੀ ਇੱਕ ਤਾਂ ਇੱਕ ਸਟੇਜ ਦੇ ਉੱਤੇ ਕਿਹਨਾਂ ਨੇ ਜ਼ਾਤ ਪਾਤੀ ਗੀਤ ਗਾਣਿਆਂ ਨੂੰ ਕਿਵੇਂ ਪ੍ਰਮੋਟ ਕੀਤਾ। ਹੁਣ ਉਹਨਾਂ 'ਚੋਂ ਜਿਹੜੇ ਕੁਛ ਸੀਨੀਅਰ ਜਿਨ੍ਹਾਂ ਨੇ ਉਹ ਜ਼ਾਤ ਆਧਾਰਿਤ ਗਾਣੇ ਲਿਖੇ ਜਾਂ ਗਾਏ, ਉਹ ਵੀ ਕਹਿੰਦੇ ਸੀ ਵੀ ਇਹ ਅਸੀਂ ਲੋੜ ਤੋਂ ਜ਼ਿਆਦਾ ਕਰ ਦਿੱਤਾ ਹੈ, ਇਹਨੇ ਸਾਡੇ ਪ੍ਰਤੀ ਨਫ਼ਰਤ ਵੀ ਲਿਆਂਦੀ ਔਰ ਪੰਜਾਬ ਦੀ ਜਿਹੜਾ ਸੋਸ਼ਲ ਫੈਬਰਿਕ ਹੈ ਉਹਨੂੰ ਡਿਵਾਈਡ ਕਰਨ ਦੇ ਵਿੱਚ ਵੀ ਕਿਤੇ ਨਾ ਕਿਤੇ ਉਹ ਕਾਮਯਾਬ ਰਹੇ। ਫਿਰ ਅਸੀਂ ਇਹ ਦੇਖਦੇ ਹਾਂ ਵੀ ਸਿੱਖੀ ਸਿਰਫ ਪੱਗ ਬੰਨਣ ਦਾ ਨਾਂ ਨਹੀਂ ਹੈ, ਸਿੱਖੀ 5 ਕਕਾਰਾਂ ਦਾ ਨਾਮ ਹੈ, ਕੇਸ ਦਾੜੀ ਦਾ ਹੋਣਾ ਮਾਣ ਹੈ, ਉਸ ਦੀਆਂ ਵੈਲਿਊਜ਼ ਦਾ ਨਾਂ ਹੈ। ਪਰ ਕਈ ਵਾਰ ਜਦੋਂ ਇੰਨੀ ਕੁ ਗਿਰਾਵਟ ਜਾਂ ਦੂਜੀ ਹੋ ਜਾਂਦੀ ਹੈ, ਬਹੁਤਿਆਂ ਨੂੰ ਇਹੀ ਲੱਗਣ ਲੱਗ ਗਿਆ, ਦੇਖੋ ਜੀ ਸਰਤਾਜ ਜਾਂ ਦਲਜੀਤ ਦੋਸਾਂਝ ਜਾਂ ਉਸ ਤੋਂ ਪਹਿਲਾਂ ਦਲੇਰ ਮਹਿੰਦੀ, ਦੇਖੋ ਜੀ ਪੱਗ ਬੰਨ੍ਹ ਕੇ ਗਾਉਂਦੇ ਨੇ ਔਰ ਪੱਗ ਨੂੰ ਉਹਨਾਂ ਨੇ ਇੰਟਰਨੈਸ਼ਨਲਾਈਜ਼ ਕਰਤਾ। ਪੱਗ ਹੁਣ ਇੱਕ ਅਵਾਰਡ ਸੈਰੇਮਨੀ ਵੇਲੇ ਦਲਜੀਤ ਦੋਸਾਂਝ ਜਿਹਦੇ 'ਚ ਉਹਨੂੰ ਇਨਵਾਈਟ ਕੀਤਾ ਸੀ, ਉਹ ਪੂਰਾ ਜਿਹੜਾ ਮਹਾਰਾਜਿਆਂ ਵਾਲਾ ਪਹਿਰਾਵਾ ਹੁੰਦਾ ਸੀ ਤੇ ਹੱਥ 'ਚ ਕਿਰਪਾਨ ਔਰ ਤਲਵਾਰ ਹੀ ਕਹਿਣਾ ਬਣਦਾ, ਕਿਰਪਾਨ ਤੇ ਸਿੱਖੀ ਨਾਲ ਜੁੜੀ ਹੋਈ ਹੈ, ਔਰ ਕਲਗੀ ਲਾ ਕੇ ਪਹੁੰਚਿਆ। ਔਰ ਉਹਦੇ 'ਚ ਉਹਨੇ ਬੜੇ ਫਖਰ ਦੇ ਨਾਲ ਇਹ ਕਿਹਾ ਕਿ ਜੀ ਮੈਂ ਜਿਹੜਾ, ਉਹਨਾਂ ਨੇ ਉਹ ਮੈਟਲ ਡਿਟੈਕਟਰ ਵੀ ਲਾਏ ਹੋਏ ਸੀ, ਉਸ ਤੋਂ ਪਹਿਲਾਂ ਇੱਕ ਲੰਘੀ ਬੀਬੀ ਜਿਹੜੇ ਕੁਛ ਆਇਰਨ ਜਾਂ ਬੈਕ ਉਹਦਾ ਸੀ, ਮੈਂ ਉਹਦੇ ਪਿੱਛੇ ਲੰਘ ਗਿਆ ਤੇ ਤਲਵਾਰ ਲੰਘ ਗਈ, ਨਹੀਂ ਤਾਂ ਉਹਨਾਂ ਨੇ ਜਾਣ ਨਹੀਂ ਸੀ ਦੇਣੀ। ਸੋ ਉਹਦੀ ਉਹ ਫੋਟੋ ਵੀ ਬੜੀ ਪੋਪੂਲਰ ਹੋਈ। ਔਰ ਇਹ ਵੀ ਹੋਇਆ ਕਿ ਜੀ ਬਹੁਤ ਸਾਰਾ ਜੇ ਦੇਖੋ ਰਾਇਲਟੀ ਹੈ ਸਿੱਖ ਪੱਗ ਨੂੰ, ਤਲਵਾਰ ਨੂੰ ਜਿਹੜਾ ਹੈ ਉਹ ਫਖਰ ਦਿਵਾਇਆ। ਹੁਣ ਚਲੋ ਇਹਨੂੰ ਤੁਸੀਂ ਪੋਜ਼ੀਟਿਵਲੀ ਦੇਖੋ, ਹਾਲਾਂ ਮਤਲਬ ਉਹੀ ਜਦੋਂ ਟੋਪੀ ਪਾ ਕੇ ਉਹ ਦੂਜਾ ਚਮਕੀਲਾ ਬਣਿਆ ਹੋਇਆ, ਉਹਦੇ ਚਮਕੀਲੇ ਦੀ ਫਿਲਮ, ਉਹ ਜਿਹੜਾ ਬਿਲਕੁਲ ਇੱਕ ਡਰਟ ਸੀ, ਇੱਕ ਨੈਗੇਟਿਵ ਔਰ ਇੱਕ ਬਦ ਇਖਲਾਕ ਆਦਮੀ, ਉਹਦਾ ਰੋਲ ਵੀ ਕਰਨ, ਜਿਹਦੇ ਪੱਗ ਬੰਨ ਕੇ ਖਾਲੜਾ ਵੀ ਬਣ ਗਿਆ, ਭਾਵੇਂ ਉਹ ਫਿਲਮ ਨਹੀਂ ਰਿਲੀਜ਼। ਸੋ ਕਹਿਣ ਦਾ ਮਤਲਬ ਹੈ ਫਿਰ ਜਿਹੜਾ ਇੱਕ ਕਲਾਸ ਖੜੀ ਹੋ ਜਾਂਦੀ, ਉਹ ਕਹਿੰਦੇ ਆ ਜੀ ਇਹਨਾਂ ਕਲਾਕਾਰਾਂ ਨੂੰ ਕਲਾਕਾਰ ਹੀ ਦੇਖਣਾ ਚਾਹੀਦਾ, ਇਹਨਾਂ ਦਾ ਧਰਮ ਕੋਈ ਨਹੀਂ ਹੁੰਦਾ। ਇਹ ਤੁਸੀਂ ਸਿੱਖੀ ਵੈਲਿਊਜ਼ ਦੇ ਨਾਲ ਫਿਰ ਠੀਕ ਹੈ ਕਲਾਕਾਰ ਰਹੋ, ਤੁਸੀਂ ਸਿੱਖੀ ਦੇ ਪਿੰਡ 'ਚ ਆ ਕੇ ਆਪਣਾ ਜਿਹੜਾ ਆਪਣੇ ਆਪ ਨੂੰ ਸਿੱਖ ਹੋਣ ਦਾ ਜਾਂ ਦੂਜਾ ਮਖੌਟੇ ਨਾ ਪਹਿਨੋ। ਹੁਣ ਇਹਨਾਂ ਦਿਨਾਂ 'ਚ ਹਾਲਾਂ ਅਸੀਂ ਸਰਤਾਜ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਭਾਈ ਉਹਨੇ ਹਿੰਦ ਦੀ ਚਾਦਰ ਤੇ ਉਹ ਮਹਾਰਾਸ਼ਟਰ 'ਚ ਬੀਜੇਪੀ ਵਾਲਿਆਂ ਦੇ ਇਕੱਠ ਦੇ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ ਜਿਹਦੀ ਮਾਸਟਰ ਆਫ ਸੈਰੇਮਨੀ ਸੀ ਉਹ ਕੀਤਾ। ਉਹਦੇ 'ਤੇ ਵੀ ਸਾਨੂੰ ਲਿਖਤਾਂ ਆਈਆਂ ਨੇ, ਅੱਜ ਮੈਂ ਵਕਤ ਕਰਕੇ ਸ਼ਾਇਦ ਡਿਸਕਸ ਨਾ ਕਰ ਸਕਾਂ। ਜਤਿੰਦਰ ਸਿੰਘ ਸਿਡਨੀ ਤੋਂ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਹੈ ਪੂਰੀ ਡਿਟੇਲ ਲਿਖੀ ਹੈ ਕਿ ਹਾਊ ਡਾਕਟਰ ਸਤਿੰਦਰ ਸਰਤਾਜ ਮਿਸਟੈਪ ਐਕੋਜ਼ ਏ ਲਾਰਜਰ ਸਟਰਗਲ ਓਵਰ ਸਿੱਖ ਮੈਮਰੀ, ਕਿ ਵੀ ਤੁਸੀਂ ਹਿੰਦ ਦੀ ਚਾਦਰ ਤੇ ਦੂਸਰਾ ਕਹਿ ਕੇ
ਤੁਸੀਂ ਉਹ ਸਾਰੀ ਜਿਹੜੀ ਕਨਸੈਪਟ ਹੈ ਉਹਨੂੰ ਡਿਲੂਟ ਕਰ ਰਹੇ ਹੋ। ਇਵੇਂ ਹੀ ਸਾਡੇ ਵੀਰ ਵਾਇਸ ਆਫ ਖਾਲਸਾ ਦੇ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਵੀ ਸਾਨੂੰ ਲਿਖਤ ਭੇਜੀ ਹੈ। ਉਹਨਾਂ ਨੇ ਵੀ ਇਹੀ ਕਿਹਾ, ਉਹਨਾਂ ਨੇ 3-4 ਨੁਕਤੇ ਦਿੱਤੇ ਨੇ ਕਿ ਭਾਈ ਉਹ ਗੁਰੂ ਸਾਹਿਬ ਜਿਹੜੇ ਨੇ ਹਿੰਦੀ ਚਾਦਰ ਨਹੀਂ ਨੇ। ਹਿੰਦੀ ਚਾਦਰ ਕਿੱਥੋਂ ਆਇਆ ਵੀ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਹੋਣਾ, ਹੁਣ ਤਾਂ ਹਿੰਦੂ ਧਰਮ ਦੀ ਚਾਦਰ ਵੀ ਕਹਿਣਾ ਸ਼ੁਰੂ ਹੋ ਗਿਆ ਕੰਮ। ਉਹਨਾਂ ਨੇ ਕਿਹਾ ਵੀ ਜਿਹੜੇ ਰੂਹਾਨੀਅਤ ਦੇ ਮਾਪਦੰਡ ਹੁੰਦੇ ਨੇ ਉਹ ਕਿਸੇ ਖਿੱਤੇ ਜਾਂ ਇਲਾਕੇ ਦੇ ਮੁਹਤਾਜ ਨਹੀਂ ਹੁੰਦੇ। ਜੇ ਇੱਕ ਪਾਸੇ ਕਵੀ ਸੈਨਾਪਤੀ ਜਿਹੜੇ ਗੁਰੂ ਸਾਹਿਬ ਦੇ 52 ਕਵੀਆਂ ਚੋਂ ਸਨ 10ਵੇਂ ਪਾਤਸ਼ਾਹ ਦੇ, ਉਹਨਾਂ ਦਾ ਜਿਹੜੀ ਇਹ ਲਿਖਤ ਹੈ ਕਿ ਵੀ ਜਿਹੜੀ ਹੈ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਪ੍ਰਗਟ ਭੈ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਉਹ ਧਰਮ ਦੀ ਚਾਦਰ ਨੇ। ਔਰ ਉਹਨਾਂ ਨੇ ਇਹਦੇ ਸਰਤਾਜ ਦੀ ਉਸ ਪਰਫਾਰਮੈਂਸ ਨੂੰ ਹੀ ਲੈ ਕੇ ਕਿਹਾ ਵੀ ਜਦੋਂ ਤੁਸੀਂ ਹਿੰਦ ਦੀ ਚਾਦਰ ਕਹਿੰਦੇ ਹੋ, ਪਹਿਲਾਂ ਦੱਸੋ ਵੀ ਉਦੋਂ ਕਿਹੜਾ ਹਿੰਦੁਸਤਾਨ ਸੀ? ਹਿੰਦੁਸਤਾਨ ਚੋਂ ਹੁਣ ਪਾਕਿਸਤਾਨ ਨਿਕਲ ਗਿਆ, ਕਦੇ ਚਾਈਨਾ ਦੀ ਜ਼ਮੀਨ ਦੱਬ ਲਈ, ਭਾਰਤ ਤਾਂ ਸੁੰਗੜ ਗਿਆ। ਤੇ ਜੇ ਹਿੰਦ ਦੀ ਚਾਦਰ ਸੁੰਗੜ ਕੇ ਛੋਟੀ ਹੋ ਜਾਏਗੀ ਕਿ ਗੁਰੂ ਸਾਹਿਬ ਦੀ ਸ਼ਖਸੀਅਤ ਹਿੰਦ ਦੇ ਮੁਤਾਬਕ ਹਿੰਦੁਸਤਾਨ ਦਾ ਇਲਾਕਾ ਹੋਏਗਾ? ਤੁਸੀਂ ਉਹਨਾਂ ਨੂੰ ਉਸ ਅੰਦਾਜ਼, ਜੇ ਇਹ ਗੱਲ ਹੈ ਤੇ ਤੁਹਾਡੇ ਖਾਲਿਸਤਾਨ ਵੀ ਤਾਂ ਇਹ ਚਾਦਰ ਨਹੀਂ ਰਹੇਗੀ। ਅਗਰ ਉਸ ਵਕਤ ਰਾਜ ਹਿੰਦੂ ਦਾ ਹੁੰਦਾ ਤੇ ਜ਼ੁਲਮ ਮੁਸਲਮਾਨ ਤੇ ਹੁੰਦਾ, ਫਿਰ ਵੀ ਗੁਰੂ ਸਾਹਿਬ ਸ਼ਹਾਦਤ ਦਿੰਦੇ। ਇਸ ਦਾ ਸੰਬੰਧ ਧਰਮ ਨਾਲ ਹੈ, ਨਾ ਕਿ ਕਿਸੇ ਖਿੱਤੇ ਨਾਲ। ਫਿਰ ਉਹਨਾਂ ਨੇ ਗੁਰੂ ਸੈਨਾਪਤੀ ਦੇ ਯੂਜ਼ ਕੀਤਾ ਪ੍ਰਗਟ ਪੈ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਵੀ ਉਸ ਦੇ ਵਿੱਚ ਹਰ ਦੁਨੀਆ ਦਾ ਮਨੁੱਖ ਕਬੀਲਾ ਉਹ ਆ ਜਾਂਦਾ ਹੈ, ਅਸੀਂ ਉਹਨਾਂ ਨੂੰ ਛੋਟੇ ਨਾ ਕਰੀਏ। ਔਰ ਇਸ ਦੇ ਨਾਲ ਨਾਲ ਜਿਹੜਾ ਦਲਜੀਤ ਦੋਸਾਂਝਾਂ ਵਾਲਾ ਉਹ ਡਬਲੀ ਘੇਰੇ 'ਚ, ਹਾਲਾਂ ਪਿਛਲੇ ਹਫਤੇ ਜਦੋਂ ਆਸਟ੍ਰੇਲੀਆ ਦੇ ਹਵਾਲੇ ਨਾਲ ਖਬਰ ਆਈ ਤੇ ਮੈਂ ਉਹਨੂੰ ਕੱਢ ਲਿਆ ਸੀ ਖਬਰ ਨੂੰ ਪਿਛਲੇ ਪਰਸੋਂ ਦੇ ਪ੍ਰੋਗਰਾਮ ਲਈ। ਫਿਰ ਦੂਸਰੇ ਟੌਪਿਕ ਆਏ, ਮੈਂ ਇਗਨੋਰ ਕੀਤਾ। ਹੁਣ ਇੱਕ ਪਾਸੇ ਤੋਂ ਇਹ ਆਪਣਾ ਫਖਰ ਦੱਸ ਰਿਹਾ ਸੀ ਦਲਜੀਤ ਦੋਸਾਂਝ ਕਿ ਜੀ ਮੈਂ ਜਿਹੜਾ ਉਹ ਤਲਵਾਰ ਲੈ ਕੇ ਉਹਦੇ 'ਚ ਗਿਆ ਔਰ ਮੈਂ ਕਿਵੇਂ ਮੈਟਲ ਡਿਟੈਕਟਰ 'ਚੋਂ ਪਿੱਛੇ ਨਿਕਲ ਕੇ ਔਰ ਦੂਜਾ ਔਰ ਬਾਤੀਆਂ ਨੇ ਤਾਰੀਫ ਕੀਤਾ। ਦੇਖੋ ਜੀ, ਹੁਣ ਪਹਿਲੀ ਗੱਲ ਤਾਂ ਜੂਨ ਔਰ ਨਵੰਬਰ ਇਹ 2 ਮਹੀਨੇ ਨੇ ਘੱਟੋ ਘੱਟ, ਇਹ ਦੋਨੋਂ ਹੀ। ਸਰਤਾਜ ਨੇ ਵੀ ਪਿਛਲੇ ਸਾਲ ਜੂਨ ਦੇ ਮਹੀਨੇ ਸ਼ੋਅ ਰੱਖੇ ਹੋਏ ਸੀ ਯੂਕੇ ਔਰ ਯੂਰਪ ਤੋਂ, ਦੂਜੇ ਉੱਥੇ ਰੌਲਾ ਪਾਇਆ ਇੱਥੇ ਸਾਰਿਆਂ ਨੂੰ ਉਹਨੂੰ ਕੈਂਸਲ ਕਰਨੇ ਪਏ ਵੀ ਇਹ 2 ਮਹੀਨੇ ਤਾਂ ਸਪੇਅਰ ਕਰ ਦਿਓ, ਤੁਹਾਨੂੰ ਇਹੀ ਟਾਈਮ ਮਿਲਿਆ। ਔਰ ਤੁਸੀਂ ਹੁਣ 31 ਅਕਤੂਬਰ ਹੈ, ਨਵੰਬਰ ਦਾ ਪਹਿਲੀ ਸਾਰਾ ਮਹੀਨਾ, ਜੂਨ ਸਾਰਾ ਮਹੀਨਾ ਹੁੰਦਾ। ਗੁਰੂ ਅਰਜਨ ਸਾਹਿਬ ਦਾ ਵੀ ਸ਼ਹੀਦੀ, ਘੱਲੂਘਾਰਾ 84 ਵੀ, ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਵੀ। ਹੁਣ ਦਲਜੀਤ ਦੋਸਾਂਝ ਦਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਕੰਸਰਟ ਸੀ ਸਿਡਨੀ ਆਸਟ੍ਰੇਲੀਆ ਦੇ ਵਿੱਚ, 25,000 ਲੋਕਾਂ ਵਾਲਾ ਸਟੇਡੀਅਮ, ਲੇਕਿਨ ਉੱਥੇ ਕਿਰਪਾਨ ਲਿਜਾਣ ਤੇ ਪਾਬੰਦੀ। ਹੁਣ ਉਹ 25,000 ਗੋਰੇ ਤਾਂ ਨਹੀਂ ਗਏ, 500-700 ਹੋਣਗੇ ਉਹਨਾਂ ਚੋਂ। ਹੁਣ ਇਸ ਦੇ ਉੱਤੇ ਆਸਟ੍ਰੇਲੀਆ ਦੇ ਸਿੱਖਾਂ ਦੇ ਵਿੱਚ ਬਹੁਤ ਰੋਹ ਵੀ, ਉਹ ਤਾਂ ਸਿੱਖ ਜਥੇਬੰਦੀਆਂ ਸਕੂਲਾਂ 'ਚ ਆਪਣੇ ਹੱਕਾਂ ਲਈ ਲੜਦੀਆਂ ਨੇ, ਬੱਚਿਆਂ ਨੂੰ ਉਹਨਾਂ ਨੇ ਯੂਨਾਈਟਿਡ ਸਿੱਖਸ ਨੇ ਉੱਥੇ ਕੇਸ ਜਿੱਤੇ ਨੇ ਕਿ ਜਿਹੜੇ ਅੰਮ੍ਰਿਤਧਾਰੀ ਬੱਚੀਆਂ ਨੇ ਉਹ ਸਕੂਲ 'ਚ ਕਿਰਪਾਨ ਪਹਿਨ ਕੇ ਜਾ ਸਕਦੇ ਨੇ। ਹੁਣ ਮਤਲਬ ਉਹਨਾਂ ਨੇ ਪੂਰਾ ਇਸ ਦੇ ਉੱਤੇ ਜਿਹੜਾ ਇਹ ਪੈਰਾਮੈਟਾ ਸਟੇਡੀਅਮ ਸੀ, ਉਹਨਾਂ ਨੇ ਕਿਹਾ ਜੀ ਔਰ 2 ਦਿਨ ਪਹਿਲਾਂ ਉਹਨਾਂ ਨੇ ਅਨਾਉਂਸ ਕੀਤਾ ਔਰ ਇਹ ਐਤਵਾਰ ਨੂੰ ਰਾਤ ਦਾ ਸ਼ੋਅ ਸੀ ਔਰ ਇਹ ਪੈਰਾਮੀਟਰ ਸਟੇਡੀਅਮ ਦੇ ਬੁਲਾਰੇ ਨੇ ਕਿਹਾ ਕਿ ਸਟੇਡੀਅਮ 'ਚ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ। ਉਹਨਾਂ ਨੇ ਪੂਰਾ ਇਸ਼ਤਿਹਾਰ ਦਿੱਤਾ ਕਿ ਬਈ ਦਲਜੀਤ ਦੋਸਾਂਝ ਦੇ ਕੰਸਰਟ 'ਚ ਕਈ ਸਿੱਖਾਂ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਿਆ ਗਿਆ। ਔਰ ਜਦੋਂ ਇਹ ਰੌਲਾ ਪਿਆ ਤਾਂ ਸਟੇਡੀਅਮ ਵਾਲਿਆਂ ਨੇ ਕਿਹਾ ਜੀ ਅਸੀਂ ਕੋਈ ਨਹੀਂ, ਟਿਕਟਾਂ ਉਹਨਾਂ ਨੇ ਪਹਿਲਾਂ ਲਈਆਂ ਹੋਈਆਂ ਸੀ, ਉਹਨਾਂ ਨੇ ਕਿਹਾ ਜੀ ਕੋਈ ਨਹੀਂ ਅਸੀਂ ਟਿਕਟ ਰੀਫੰਡ ਕਰ ਦਿੰਦੇ ਹਾਂ। ਔਰ ਉਹਨਾਂ ਨੇ ਜਿਹੜੇ ਕਿਰਪਾਨਧਾਰੀ ਸਿੱਖ ਸੀ ਉਹਨਾਂ ਨੇ ਕਿਹਾ ਅਸੀਂ ਕਈ ਘੰਟੇ ਲਾਈਨ 'ਚ ਲੱਗੇ ਰਹੇ, ਜਦੋਂ ਅਸੀਂ ਗੇਟ ਤੱਕ ਪਹੁੰਚੇ ਸਾਨੂੰ ਕਹਿ ਦਿੱਤਾ ਗਿਆ ਕਿ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਜਾਏਗਾ। ਫਿਰ ਉਹਨਾਂ ਨੇ ਕਿਹਾ ਵੀ ਇਹ ਕੋਈ ਰਸੋਈ ਦਾ ਚਾਕੂ ਨਹੀਂ, ਇਹ ਤਾਂ ਸ਼ਰਧਾ ਦਾ ਪ੍ਰਤੀਕ ਹੈ ਔਰ ਸਾਡਾ ਆਰਟੀਕਲ ਆਫ ਫੇਥ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੂੰ ਜੇ ਕੋਈ ਥਰਡ ਥਾਂ ਦੇ ਉੱਤੇ ਕੋਈ ਕਰੇ ਤਾਂ ਸਮਝ ਆ ਸਕਦਾ ਹੈ। ਹੁਣ ਇੱਕ ਪਾਸੇ ਤੁਸੀਂ ਬੜੇ ਹਾਫਿਜ਼ ਬਣੇ ਹੋਏ ਹੋ, ਬੜੇ ਸਿੱਖੀ ਰੂਪ ਦੇ, ਦੂਜੇ ਪਾਸੇ ਤੁਹਾਡੀ ਇਹ ਲਾਈਨ ਹੈ। ਹੁਣ ਇਹ ਪਾਰਟ ਤਾਂ ਚੱਲ ਹੀ ਰਿਹਾ ਸੀ ਕਿਉਂਕਿ ਅਜੇ ਉਹਦਾ ਸਿਡਨੀ ਸ਼ੋਅ ਸੀ ਔਰ ਬਾਕੀ ਸਿੱਖ ਜਥੇਬੰਦੀਆਂ ਆਸਟ੍ਰੇਲੀਆ ਦੀਆਂ ਉਹਨਾਂ ਨੇ ਜਿਹੜਾ ਉਹ ਪੱਬਾਂ ਭਾਰ ਸੀ ਕਿ ਦੂਸਰੀਆਂ ਥਾਵਾਂ ਤੇ ਵੀ ਇਹੀ ਰਿਪੀਟ ਹੋਏਗਾ ਔਰ ਉਹ ਤਾਂ ਕਲਾਸ ਕੇਸ ਸੂਟ ਕਰਨ ਨੂੰ ਫਿਰਦੇ ਨੇ ਉਹਨਾਂ ਦੇ ਉੱਤੇ ਸਾਰਿਆਂ ਤੇ।
ਤੇ ਦੂਜਾ ਵੱਡਾ ਆ ਗਿਆ ਅਮਿਤਾਭ ਬੱਚਨ। ਹੁਣ ਅਮਿਤਾਭ ਬੱਚਨ ਬਾਰੇ ਕੌਣ ਨਹੀਂ ਜਾਣਦਾ ਕਿ ਨਵੰਬਰ 84 ਦੀ ਇੰਦਰਾ ਗਾਂਧੀ ਦਾ ਬਣਿਆ ਹੋਇਆ ਪੁੱਤਰ, ਔਰ ਜਿਸ ਅੰਦਾਜ਼ ਦੇ ਵਿੱਚ ਜਦੋਂ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਸਿੰਘਾਂ ਨੇ ਕੀਤਾ, ਉਹਦੀ ਡੈੱਡ ਬਾਡੀ ਨੂੰ ਰੱਖ ਕੇ ਤੇ ਪੂਰੀ ਭੀੜਾਂ ਜਿਹੜੀਆਂ ਨੇ ਭੜਕਾਊ ਟੀਵੀ ਦੇ ਉੱਤੇ ਚੱਲ ਰਿਹਾ, ਤੇ ਇਹ ਅਮਿਤਾਭ ਬੱਚਨ ਖੂਨ ਕਾ ਬਦਲਾ ਖੂਨ ਨਾਰੇ ਲਾਉਣ ਵਾਲਾ ਔਰ ਉਸ ਗੈਦਰਿੰਗ ਦੇ ਵਿੱਚ ਖੜਾ, ਜਿਹੜਾ ਇਨਕਰੇਜ ਕਦੇ ਇਹਨੇ ਕੰਡੈਮ ਨਹੀਂ ਕੀਤਾ ਨਵੰਬਰ 84 ਦੀ ਨਸਲਕੁਸ਼ੀ ਨੂੰ। ਹੁਣ ਉਹਦਾ ਔਰ ਨਫ਼ਰਤ, ਫਿਰਕੂ ਨਫ਼ਰਤ ਨਾਲ ਭਰਿਆ ਹੋਇਆ। ਇਸ ਦੇ ਖਿਲਾਫ ਈਵਨ ਆਸਟ੍ਰੇਲੀਆ 'ਚ ਆਮਦ ਦੇ ਵੇਲੇ ਕੁਝ ਵਰੇ ਪਹਿਲਾਂ ਸਿੱਖਸ ਫਾਰ ਜਸਟਿਸ ਨੇ ਕੇਸ ਵੀ ਇਹਦੇ 'ਤੇ ਕੀਤਾ ਸੀ। ਹੁਣ ਦਲਜੀਤ ਦੋਸਾਂਝ ਦਾ ਇੱਕ ਪ੍ਰੋਮੋ ਜਿਹੜਾ ਕਿ ਅਮਿਤਾਭ ਬੱਚਨ ਕੌਣ ਬਣੇਗਾ ਕਰੋੜਪਤੀ ਦੇ ਪ੍ਰੋਗਰਾਮ 'ਚ ਜਾਣਾ, ਉਹ ਪ੍ਰੋਮੋ ਦੇ ਵਿੱਚ ਉਹ ਪੂਰਾ ਝੁੱਕ ਕੇ ਅਮਿਤਾਭ ਬੱਚਨ ਦੇ ਪੈਰਾਂ 'ਚ ਮੱਥਾ ਟੇਕ ਰਿਹਾ, ਉੱਥੇ ਜਾ ਰਿਹਾ। ਹਾਲਾਂ ਐਡਵਰਟਾਈਜ਼ ਇਹੀ ਕੀਤਾ ਗਿਆ ਕਿ ਜੀ ਜਿਹੜੀ ਇਸ ਫੰਡ ਦੀ ਜੋ ਵੀ ਉਸ ਸ਼ੋਅ ਦਾ ਪਤਾ ਨਹੀਂ ਹੋ ਗਿਆ ਜਾਂ ਹੋਣਾ, 31 ਅਕਤੂਬਰ ਡੇਟ ਰੱਖੀ ਹੈ ਜਾਂ ਉਹਦਾ ਪ੍ਰੋਮੋ ਹੈ, ਮੈਂ ਉਹਦੀ ਡਿਟੇਲ ਨਹੀਂ ਦੇਖ ਸਕਿਆ, ਕਿ ਜੀ ਉਹ ਅਸੀਂ ਜਿਹੜੇ ਪੰਜਾਬ ਦੇ ਹੜ੍ਹ ਪੀੜਤ ਨੇ ਉਹਨਾਂ ਦੀ ਮਦਦ ਕਰਾਂਗੇ। ਚਲੋ ਬੰਦਾ ਕਹਿੰਦਾ ਚਲੋ ਜੀ ਨੋਬਿਲਿਟੀ ਹੈ, ਹੜ੍ਹਾਂ ਦੇ ਵੇਲੇ ਦਲਜੀਤ ਦੋਸਾਂਝ ਨੇ ਜਾ ਕੇ ਉੱਥੇ ਕੁਝ ਪਿੰਡ ਅਡਾਪਟ ਕਰਨ ਦੀ ਗੱਲ ਵੀ ਕੀਤੀ, ਦੂਜਾ ਵੀ ਕੀਤਾ, ਲੇਕਿਨ ਤੁਹਾਨੂੰ ਇੰਨੀ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਸੈਂਸਿਟਿਵਿਟੀ ਔਰ ਹਿਸਟਰੀ, ਹੁਣ ਸਰਤਾਜ ਖੁਦ PhD ਹੈ, ਖੁਦ ਆਪਣੇ ਗੀਤ ਲਿਖਦਾ ਹੈ, ਕੰਪੋਜ਼ ਕਰਦਾ ਹੈ, ਹੱਕਾਂ ਦੀ ਵਲਗੈਰਿਟੀ ਨਹੀਂ ਹੈਗੀ, ਲੇਕਿਨ ਤੁਹਾਨੂੰ ਇੰਨਾ ਕੁ ਤਾਂ ਫਰਕ ਪਤਾ ਹੋਣਾ ਚਾਹੀਦਾ ਵੀ ਤੁਸੀਂ ਗਾ ਰਹੇ ਹੋ, ਜਾ ਵੀ ਕਿਹੜੀਆਂ ਕਰਾਊਡ 'ਚ ਰਹੇ ਹੋ, ਫਿਰ ਹਿੰਦ ਕੀ ਚਾਦਰ ਬਣਾ ਰਹੇ ਹੋ, ਵੀ ਉਹੀ ਹਿੰਦੂਤਵਾ ਨੂੰ ਸੂਟ ਕਰਦਾ। ਐਵੇਂ ਥੋੜੀ ਉਹ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਹਿੰਦੂਤਵ ਵੀ ਆਪਣੇ ਜਿਹੜਾ ਹਰ ਲੈਵਲ ਦੇ ਉੱਤੇ ਮਨਾਉਣ ਦੀ ਲਾਈਨ ਉਹਨਾਂ ਨੇ ਰੱਖੀ ਹੈ, ਕਿਉਂਕਿ ਉਹ ਇਹੀ ਚਾਹੁੰਦੇ ਨੇ ਜੇ ਤੁਸੀਂ ਉਹਨਾਂ ਦੇ ਉਹ ਚੌਕੀਦਾਰ ਹੀ ਬਣ ਕੇ ਰਹਿਣਾ। ਉਹ ਹਿਸਟਰੀ ਦਾ ਸਟੂਡੈਂਟ ਹੋਣ ਦੇ ਨਾਤੇ ਬਲੈਕ ਪ੍ਰਿੰਸ ਫਿਲਮ ਦੇ ਵਿੱਚ ਐਕਟ ਕੀਤਾ ਹੈ, ਤੁਸੀਂ ਹਿਸਟਰੀ ਪੜ੍ਹਦੇ ਹੋ, ਘੱਟੋ ਘੱਟ ਇੰਨਾ ਕੁ ਤਾਂ ਸਮਝ ਹੋਣੀ ਚਾਹੀਦੀ ਹੈ ਵੀ ਤੁਸੀਂ ਹਿਸਟਰੀ ਨਾਲ ਪਲੇ ਨਾ ਕਰੋ, ਉਹਨੂੰ ਰੋਂਗ ਪੋਰਟਰੇ ਨਾ ਕਰੋ। ਔਰ ਦਲਜੀਤ ਦੋਸਾਂਝ ਜਿਹੜਾ ਰਾਗੀਆਂ ਦੇ ਕੁੱਲ ਚੋਂ ਕਿਹੜਾ ਉਹ ਸੋਢੀ ਕੇ ਕੌਣ ਹੈ, ਇਹਦਾ ਮਾਮਾ ਹੈ, ਖੁਦ ਕੀਰਤਨ ਕਰਦਾ ਰਿਹਾ ਕਿ ਮੇਰੀ ਬਚਪਨ ਦੀਆਂ ਫੋਟੋਆਂ ਆਪਣੇ ਸ਼ੋ, ਵੀ ਤੁਹਾਨੂੰ ਨਹੀਂ ਨਜ਼ਰ ਆਉਂਦਾ ਵੀ ਨਵੰਬਰ ਦਾ ਮਹੀਨਾ ਜਾਂ ਉਸ ਅਮਿਤਾਭ ਬੱਚਨ ਉਹਦੇ ਬਾਰੇ ਇਹ ਤਾਂ ਨਹੀਂ ਹੈ ਵੀ ਜਿਹੜਾ ਬੰਦਾ ਸੈਂਸਿਟਿਵ ਹੈ ਹਰ ਚੀਜ਼ ਤੋਂ, ਹਰ ਜਿਹੜਾ ਟਵੀਟ ਹੈ ਉਹਦੇ ਕਾਊਂਟਰ ਟਵੀਟ ਕਰਦਾ ਵੀ ਇਹਦਾ ਰੋਲ ਕੀ ਹੈ। ਸੋ ਇਸ ਸਾਰੇ ਦੇ ਚੱਲਦੇ ਆ, ਈਵਨ ਭਾਵੇਂ ਇੰਟੈਂਟ ਇਹ ਹੈ ਕਿ ਜੀ ਉਹਦੀ ਮਦਦ ਹੜ੍ਹ ਪੀੜਤਾਂ ਨੂੰ, ਇਹਦੇ ਖਣੋਂ ਕੀ ਤੋੜਿਆ ਹੋਇਆ, ਸਿੱਖ ਕੌਮ ਦੇ ਕੋਲ ਕੋਈ ਕਮੀ ਤਾਂ ਨਹੀਂ ਹੈ ਰਿਸੋਰਸਿਸ ਦੀ। ਤੁਸੀਂ ਜਿਹੜਾ ਇੱਕ ਕਿਲਰ ਹੈ, ਇੱਕ ਜਿਹੜਾ ਆਲਰੇਡੀ ਜਿਸ ਦਾ ਜਿਹੜਾ ਉਹ ਟਰੈਕ ਰੈਕਡ ਸਾਹਮਣੇ ਹੈ ਔਰ ਕਦੇ ਕੋਈ ਰਿਗਰੈਟ ਨਹੀਂ ਹੈ ਉਸ ਸਾਰੇ ਦਾ, ਤੁਸੀਂ ਉਹਨਾਂ ਨੂੰ ਜਿਹੜਾ ਜਾ ਕੇ ਵਡਿਆ ਰਹੇ ਹੋ। ਔਰ ਇਹ ਇਸ ਦੇ ਉੱਤੇ ਈਵਨ ਸਿੱਖਸ ਫਾਰ ਜਸਟਿਸ ਨੇ ਤਾਂ ਕਾਫੀ ਸਖਤ ਲਾਈਨ ਲਈ ਹੈ, ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਲਿਖਿਆ ਵੀ ਇਹਨੂੰ ਤਲਬ ਕਰੋ, ਕਿਉਂਕਿ ਆਲਰੇਡੀ ਨਵੰਬਰ 84 ਨੂੰ ਅਕਾਲ ਤਖਤ ਤੋਂ 15 ਜੁਲਾਈ 2010 ਦੇ ਵਿੱਚ ਨਸਲਕੁਸ਼ੀ ਐਲਾਨਿਆ ਗਿਆ ਸੀ, ਔਰ ਇਸ ਬਾਰੇ ਜਿਹੜਾ ਉਹਨਾਂ ਨੇ ਕਿਹਾ ਵੀ ਇਹਨੂੰ ਤਲਬ ਕੀਤਾ ਜਾਏ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਨਹੀਂ ਜਿਹੜਾ ਉਹ ਡੇ ਟੂ ਡੇ ਇਸ ਕਿਸਮ ਦੇ ਜਿਹੜੀ ਡਿਬੇਟ 'ਚ ਜਾਣਾ ਚਾਹੁੰਦੇ, ਪਰ ਘੱਟੋ ਘੱਟ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਭਾਈ ਪੈਸਾ ਕਮਾਓ, ਜੀ ਭਰ ਕੇ ਕਮਾਓ, ਤੁਸੀਂ ਕਰ ਰਹੇ ਹੋ, ਲੁੱਟ ਰਹੇ ਹੋ ਗਾਣਿਆਂ ਦੇ ਨਾਂ ਥੱਲੇ, ਦੂਜਿਆਂ ਦੇ ਨਾਂ ਥੱਲੇ। ਹਾਲਾਂਕਿ ਕਈਆਂ ਨੇ ਇਹ ਵੀ ਕਿਹਾ, ਜਿਹੜਾ ਉੱਥੇ 25,000 ਆਸਟ੍ਰੇਲੀਆ 'ਚ ਸਿਡਨੀ ਗਿਆ ਕਿਰਪਾਨ ਨਹੀਂ ਜਾ ਕੇ, ਵੀ ਤੁਸੀਂ ਉੱਥੇ ਅੰਬ ਲੈਣ ਗਏ ਸੀ ਜੇ ਤੁਸੀਂ ਕਿਰਪਾਨ ਧਾਰੀ ਜਾਂ ਲੇਕਿਨ ਅਸੀਂ ਇਸ ਗੱਲ ਦੇ ਉੱਤੇ ਨਹੀਂ ਜਾਣਦੇ ਕਿ ਭਾਈ ਕੀ ਹੈ। ਗੱਲ ਤਾਂ ਇਹ ਹੈ ਕਿ ਵੀ ਜਿਹੜੀ ਕਿਰਪਾਨ ਦੇ ਲਈ ਫੌਜ ਤੋਂ ਲੈ ਕੇ, ਸਕੂਲਾਂ ਤੋਂ ਲੈ ਕੇ, ਜਹਾਜ਼ਾਂ 'ਚ ਟਰੈਵਲ ਕਰਨ ਤੱਕ ਦਾ ਹੱਕ ਲੈਣ ਦੇ ਲਈ ਕੌਮ ਸਟਰਗਲ ਕਰ ਰਹੀ ਹੈ ਕਿ 5 ਸਾਡੇ ਆਰਟੀਕਲਸ ਆਫ ਫੇਥ ਨੇ ਤੁਹਾਡੇ ਕੰਸਰਟ, ਕਿਉਂਕਿ ਜ਼ਾਹਰ ਹੈ ਜਿਹੜਾ ਵੀ ਮੈਨੇਜਰ ਨੇ ਕਿਸੇ ਨੇ ਇਹ ਸਾਰਾ ਮਨੀ ਮੇਕਿੰਗ ਹੀ ਨੇ ਸਾਰੇ ਸ਼ੋਅ ਉਹਨਾਂ ਦੇ ਨਾਲ ਕੀਤਾ, ਉਹਨਾਂ ਨੂੰ ਇਹ ਹੋਏ ਕਿ ਭਾਈ ਠੀਕ ਹੈ ਇਹ ਸਾਡੇ ਹੀ ਲੋਕਾਂ ਨੇ ਆਉਣਾ ਔਰ ਅੰਮ੍ਰਿਤਧਾਰੀ ਸਿੱਖ ਨੇ ਉਹਨਾਂ ਨੂੰ ਅਲਾਉ ਹੋਣਾ ਚਾਹੀਦਾ। ਤੇ ਜੇ ਤੁਹਾਡੇ ਕੰਸਰਟ 'ਚ ਤੁਸੀਂ ਕਿਰਪਾਨ ਤੇ ਪਾਬੰਦੀ ਲਵਾਉਂਦੇ ਹੋ ਤੇ ਅੰਦਾਜ਼ਾ ਲਾਓ ਫਿਰ ਬਾਕੀਆਂ ਦੇ ਲਈ ਤੁਸੀਂ ਪ੍ਰੈਸੀਡੈਂਟ ਸੈੱਟ ਕਰ ਰਹੇ ਹੋ। ਬਿਲਕੁਲ। ਪਲੱਸ ਤੁਸੀਂ ਜਾ ਕੇ ਅਮਿਤਾਭ ਬੱਚਨ ਦੇ ਪੈਰ ਫੜਦੇ ਹੋ ਉਸ ਮਰਡਰਰ ਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਬਾਕੀਆਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਲਟੀਮੇਟਲੀ ਤੁਹਾਡੀ ਹੋਂਦ ਤੁਹਾਡੀ ਆਪਣੀ ਧਰਤੀ ਨਾਲ ਹੈ, ਆਪਣੇ ਲੋਕਾਂ ਨਾਲ ਹੈ। ਉਹੀ ਜਿਹੜਾ ਉਹ
ਗੀਤ ਗਾਣੇ ਗਾ ਗਾ ਕੇ ਤੁਸੀਂ ਜਿਹੜਾ ਉਹ ਕੋਠੀਆਂ ਬਣਾ ਰਹੇ ਹੋ, ਜੀ ਸਦਕੇ ਬਣਾਓ, ਪਰ ਸਿੱਖਾਂ ਦੇ ਜਜ਼ਬਾਤਾਂ ਨਾਲ ਨਾ ਖੇਡੋ। ਨਾ ਖੇਡੋ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।